चुकी है। विरोधी धिर दी जिहड़ी लीडरशिप है बाहर आती नज़र आ रही है। गलबात करांगे अमरिंदर सिंह राजा वड़िंग जिहड़े ने वो बाहर आ रहे हैं, सुखजिंदर सिंह रंधावा जिहड़े ने वो बाहर आते हुए नज़र आ रहे हैं। गलबात करने की कोशिश करांगे जिस ढंग के नाल सवाल कई चुके जा रहे हैं। 5वें दिन की कार्रवाई खत्म हो चुकी है। अंदर हास्य मजाक ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਾਨ ਸਾਹਿਬ ਨੇ ਕਹਿ ਦਿੱਤੀਆਂ, ਉਹਨਾਂ ਬਾਰੇ ਕੀ ਕਹਿੰਦੇ ਹੋ ਜਿਹੜੀਆਂ ਚੀਜ਼ਾਂ ਮਾਨ ਸਾਹਿਬ ਨੇ ਆਪਣੀ ਸਪੀਚ ਦੇ ਵਿੱਚ ਕਹੀਆਂ ਨੇ? ਯਾਰ ਫੋਨ ਕਿੱਥੇ ਲਿਆ ਰਹੇ ਕਿਹੜੀਆਂ ਚੀਜ਼ਾਂ ਕਹੀਆਂ ਜੀ? ਜਿਸ ਤਰੀਕੇ ਨਾਲ ਉਹਨਾਂ ਨੇ ਲੋਕਾਂ ਤੇ ਲੋਕ ਇੰਗਲਿਸ਼ ਤੇ ਬਹੁਤ ਤੰਗ ਕੀਤੀ, ਹਾਈਟੈਕ ਜਿਹੜੀਆਂ ਕਹਿੰਦੇ ਜੇਲਾਂ ਬਣਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਟਾਰਗੇਟ ਕਰਕੇ ਜਿਹੜੀ ਕਾਂਗਰਸ। ਚਲੋ ਜੀ ਗੱਲ ਇਹ ਹੈ ਜਿੰਨਾ ਬੰਦਾ ਉੱਚਾ ਚਾਲਾ ਜਾਵੇ ਨਾ ਉਹ ਉਨਾ ਹੀ ਨੀਵਾਂ ਹੋ ਜੇ। ਸੱਚੇ ਪਾਤਸ਼ਾਹ ਕਿਰਪਾ ਕਰੇ। ਜੇ ਕਦੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹ ਸਜ਼ਾ ਭੁਗਤ ਲਏਗਾ, ਕੋਈ ਇਤਰਾਜ਼ ਨਹੀਂ ਹੈ। ਪਰ ਮੇਰਾ ਖਿਆਲ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਲੈ ਕੇ ਗੱਲ ਕਰਦੇ ਤਾਂ ਉਹ ਵਧੀਆ ਗੱਲ ਸੀ। ਬਾਕੀ ਉਹਨਾਂ ਦੀ ਮਰਜ਼ੀ ਹੈ, ਉਹ ਮਾਲਕ ਨੇ। ਮੈਂ ਤਾਂ ਇਹੀ ਕਹਾਂਗਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਉੱਚੇ ਬੋਲਣਾ ਬੋਲੀਏ, ਕਰਤਾਰੋ ਡਰੀਏ। ਇਦੋਂ ਵੱਧ ਮੈਂ ਕੁਝ ਕਹਿ ਨਹੀਂ ਸਕਦਾ। ਚਲੋ ਇਹ ਅੰਗਰੇਜ਼ੀ ਤਾਂ ਹੁਣ ਅੱਜ ਸਪੀਕਰ ਸਾਹਿਬ ਵੀ ਬੋਲ ਰਹੇ ਸਨ। ਜਾਂ ਤਾਂ ਕੋਈ ਨਿਯਮ ਬਣਾ ਦਿੱਤਾ ਜਾਵੇ ਕਿ ਅੰਗਰੇਜ਼ੀ ਬੋਲਣੀ ਨਹੀਂ ਹੈ ਕਿਸੇ ਨੇ। ਔਰ ਕਈ ਵਾਰੀ ਸਾਰੇ ਹੀ ਸਦਨ ਦੇ ਲੋਕ, ਪਿਛਲੇ ਸਦਨ 'ਚ ਵੀ ਇਹਦੀਆਂ ਗੱਲਾਂ ਹੁੰਦੀਆਂ ਸਨ, ਲੇਕਿਨ ਲੋਕ ਗੱਲ ਪੰਜਾਬੀ ਦੀ ਕਰਦੇ ਕਰਦੇ ਫਿਰ ਉਹਦੇ 'ਚ ਅੰਗਰੇਜ਼ੀ ਬੋਲ ਹੀ ਜਾਂਦੇ ਆ। ਕਹਿ ਰਹੇ ਸੀਗੇ ਕਿ ਬੀਜੇਪੀ 'ਚ ਕੋਈ ਜਾਵੇ ਜਾਂ ਕੋਈ ਦੂਜੀ ਪਾਰਟੀ ਜਾਵੇ, ਕਾਰਵਾਈ ਸਭ ਤੇ ਹੋਏਗੀ। ਚਲੋ ਇਸ ਬਾਰੇ ਹੁਣ ਮੈਂ ਇਸ ਗੱਲ 'ਤੇ ਕੀ ਟਿੱਪਣੀ ਕਰਾਂ? ਤੁਸੀਂ ਸਵਾਲ ਇਹ ਜਿਹੜਾ ਐਸਾ ਸਵਾਲ ਹੈ ਆਦਰਣੀ ਮੁੱਖ ਮੰਤਰੀ ਸਾਹਿਬ ਨੂੰ ਪੁੱਛੋ। ਇਹਦੇ ਤੇ ਰਾਜਾ ਵੜਿੰਗ ਕੀ ਟਿੱਪਣੀ ਕਰੇ ਜਾਂ ਕੀ ਜਵਾਬ ਦੇਵੇ ਤਾਂ ਬੰਦਾ ਨਹੀਂ। ਬਹਿਸ ਵੀ ਹੁੰਦੀ ਨਜ਼ਰ ਆਈ ਹੈ। ਸੀਐਮ ਮਾਨ ਨਾਲ ਸਿੱਧੇ ਤੌਰ ਤੇ ਬਹਿਸ ਹੁੰਦੀ ਨਜ਼ਰ ਆਈ। ਸੁਖਪਾਲ ਖਹਿਰਾ ਦੀ ਗੱਲ ਕਰੀਏ, ਸੀਐਲਪੀ ਲੀਡਰ ਜਿਹੜੇ ਨੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਹਰਪਾਲ ਚੀਮਾ ਸਿੱਧੀ ਬਹਿਸ ਹੁੰਦੀ ਨਜ਼ਰ ਆਈ। ਹਾਲਾਂਕਿ ਲਾਈਵ ਟੈਲੀਕਾਸਟ ਕੁਝ ਸਮੇਂ ਲਈ ਮਿਊਟ ਵੀ ਕਰ ਦਿੱਤਾ ਗਿਆ। ਦੇਖੋ ਮੈਂ ਇਹੀ ਬੇਨਤੀ ਕਰਾਂਗਾ ਕਿ ਬਿਲਕੁਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਚਾਹੇ ਉਹ ਆਪੋਜੀਸ਼ਨ ਦੇ ਲੋਕ ਨੇ, ਚਾਹੇ ਸੱਤਾਧਾਰੀ ਦੇ ਨੇ, ਇੱਕ ਦੂਜੇ ਦੀ ਗੱਲ ਸੁਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ। ਬਹੁਤ ਵਾਰ ਹੁੰਦਾ ਅਸੀਂ ਗੱਲ ਕਰਨੀ ਚਾਹੁੰਦੇ ਹਾਂ, ਆਪਦੀ ਗੱਲ ਮੁੱਦਾ ਰੱਖਣਾ ਚਾਹੁੰਦੇ ਹੋ, ਤੁਸੀਂ ਵੇਖਿਆ ਹੋਣਾ ਸਾਡੀਆਂ ਹੱਥ ਖੜੇ ਦੇ ਖੜੇ ਰਹਿ ਜਾਂਦੇ ਨੇ, ਸਾਡੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਹੁੰਦਾ। ਅਸੀਂ ਵੀ ਜਦੋਂ ਪਹਿਲੀ ਵਾਰੀ ਚੁਣ ਕੇ ਆਏ ਸੀ ਉਦੋਂ ਲੱਗਦਾ ਸੀ ਕਿ ਅਸੀਂ ਇੱਥੇ ਕੋਈ ਲੋਕਾਂ ਦੀ ਆਵਾਜ਼ ਚੱਕਾਂਗੇ, ਗੱਲ ਸੁਣੀ ਜਾਏਗੀ, ਲੋਕ ਸਾਡੀ ਉਸ ਗੱਲ ਤੇ ਪਹਿਰਾ ਦੇਣਗੇ, ਪਰ ਉਹ ਵੀ ਇਵੇਂ ਰੌਲਾ ਰੱਪੇ 'ਚ ਲੰਘ ਜਾਂਦਾ। ਸੋ ਇਸ ਵਾਰੀ ਬਹੁਤ ਉਮੀਦਾਂ ਸਨ ਕਿ ਨਵੀਂ ਸਰਕਾਰ ਨਵੀਆਂ ਪਿਰਤਾਂ ਤੇ ਨਵੀਆਂ ਗੱਲਾਂ ਕਰੇਗੀ, ਪਰ ਮੈਨੂੰ ਨਹੀਂ ਲੱਗਦਾ ਕੋਈ ਵਿਧਾਨ ਸਭਾ ਦੇ ਸੱਤਰ ਦੇ ਵਿੱਚ ਕੋਈ ਨਵੀਂ ਤਬਦੀਲੀ ਆਈ ਹੋਵੇ। ਉਸੇ ਤਰ੍ਹਾਂ ਦਾ ਹੀ ਰਾਮ ਰੌਲਾ। ਹਾਲਾਂਕਿ ਸਦਨ ਦੇ ਵਿੱਚ ਹਰ ਬੰਦੇ ਨੂੰ ਆਪਦੀ ਗੱਲ ਰੱਖਣ ਦਾ ਹੱਕ ਹੁੰਦਾ ਹੈ ਤੇ ਉਹਦੇ ਸੁਝਾਅ ਲੈਣ ਦਾ ਵੀ। ਪਹਿਲਾਂ ਤਾਂ ਸਮੇਂ ਸੀਮਾ ਹੀ ਇੰਨਾ ਥੋੜਾ ਦੇ ਦਿੰਦੇ ਆ, ਬੈਲ ਮਾਰਨ ਲੱਗ ਪੈਂਦੇ, ਉਹ ਆਪਦੀ ਗੱਲ ਪੂਰੀ ਨਹੀਂ ਕਰ ਸਕਦਾ। ਆਪਾਂ ਪਿਛਲੀ ਵਾਰੀ ਵੀ ਕਿਹਾ ਸੀ, ਹੁਣ ਵੀ ਕਹਿੰਦੇ ਹਾਂ ਕਿ ਅਗਲੀ ਵਾਰੀ ਸਮੇਂ ਸੀਮਾ ਵਧਾ ਦਿੱਤੀ ਜਾਵੇ। ਕਿਹੜੀ ਗੱਲ ਹੈ? ਅਗਲੇ ਨੂੰ ਕਹਿਣਗੇ 3 ਮਿੰਟ। ਹੁਣ 3 ਮਿੰਟਾਂ 'ਚ ਸ਼ਾਇਦ ਉਹ ਪੰਜਾਬ ਦਾ ਬਹੁਤ ਜ਼ਰੂਰੀ ਮੁੱਦਾ ਹੋਵੇ ਜਿਹਦੀ ਉਹ ਗੱਲ ਹੀ ਨਹੀਂ ਕਰ ਸਕਦਾ। ਜਿਹੜਾ ਵਿਅਕਤੀ ਹੱਥ ਖੜਾ ਕਰਕੇ ਬੋਲਣਾ ਚਾਹੁੰਦਾ ਹੈ ਉਹਨੂੰ, ਹਰ ਵਿਅਕਤੀ ਨੂੰ ਸਮਾਂ ਦਿੱਤਾ ਜਾਣਾ ਚਾਹੀਦਾ। ਇਹਨੂੰ 10 ਦਿਨ ਹੋਰ ਵਧਾ ਲਓ, ਦੁਬਾਰਾ ਰੱਖ ਲਓ 15 ਦਿਨ, ਕਿਉਂਕਿ ਮੈਂ ਸਮਝਦਾ ਕਿ ਕੋਈ ਵੀ ਵਿਅਕਤੀ MLA ਚੁਣ ਕੇ ਆਇਆ, 1.5 ਲੱਖ ਬੰਦੇ ਨੇ ਉਹਨੂੰ ਨੇ ਵੋਟਾਂ ਪਾਈਆਂ, 80-90 ਹਜ਼ਾਰ ਲੋਕਾਂ ਨੇ ਚੁਣਿਆ। ਅਗਰ ਉਹਦਾ ਹੱਥ ਸੁੱਚੇ ਮੂੰਹ ਹੀ ਮੁੜ ਜਾਂਦਾ ਹੈ, ਉਹ ਲੋਕਾਂ ਨੂੰ ਜਾ ਕੇ ਜਵਾਬ ਕੀ ਦੇਗਾ? ਲੋਕ ਸਵਾਲ ਕਰਨਗੇ ਵੀ ਤੂੰ ਗੱਲ ਨਹੀਂ ਚੱਕੀ। ਗੱਲ ਇੱਥੇ ਚੱਕਣ ਦਾ ਕਿਸੇ ਨੂੰ ਮੌਕਾ ਨਹੀਂ ਦਿੱਤਾ ਜਾਂਦਾ। ਆਪੋਜੀਸ਼ਨ ਦਾ ਜਿਹੜਾ ਕੋਈ ਬੰਦਾ ਹੈ, ਮੈਂ ਕਦਾ 0 ਆਰ 'ਚ ਖੜਾ ਸੀ, ਕੋਈ ਸਮਾਂ ਨਹੀਂ ਦਿੱਤਾ ਗਿਆ। ਸੋ ਮੇਰੀ ਇਹ ਬੇਨਤੀ ਹੈ ਤੁਹਾਡੇ ਰਾਹੀਂ ਆਦਰਣੀय ਸਪੀਕਰ ਸਾਹਿਬ ਨੂੰ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ, ਜਿਹੜਾ ਅਗਲਾ ਸੈਸ਼ਨ ਹੋਵੇ ਜਦ ਵੀ ਉਹ ਰੱਖਣ, ਉਹਦੇ ਵਿੱਚ ਇਹ ਜ਼ਰੂਰ ਇੱਕ ਨਵੀਂ ਕਵਾਇਦ ਪਾਉਣੀ ਚਾਹੀਦੀ ਹੈ ਕਿ ਜਿਹੜਾ ਵੀ ਸਪੀਕਰ ਬੋਲਣਾ ਚਾਹੁੰਦਾ ਹੈ ਉਹਨੂੰ ਸਮਾਂ ਮਿਲੇਗਾ, ਔਰ ਜਿੰਨਾ ਚਿਰ ਉਹ ਆਪਦੀ ਗੱਲ ਰੱਖਣੀ ਚਾਹੇਗਾ ਉਹਨੂੰ ਸਮਾਂ ਮਿਲੇਗਾ। ਇਸ ਕਰਕੇ ਹਾਊਸ ਬਣਿਆ, ਨਾ ਕਿ ਇੱਥੇ ਵੀ ਆ ਕੇ ਚੁਣੇ ਹੋਏ ਲੋਕਾਂ ਦੀ ਤੁਸੀਂ ਆਵਾਜ਼ ਦਬਾ ਦਿੰਦੇ ਹੋ। ਸੋ ਮੈਂ ਸੁਣੋ ਬਿਲਕੁਲ ਸਾਡੀ ਬਿਲकुल ਇਮਾਨਦਾਰੀ ਨਾਲ ਸਾਡੀ ਸਰਕਾਰ ਨੇ ਕੰਮ ਕੀਤਾ। ਹਰ ਵਿਅਕਤੀ ਕੋਈ ਭ੍ਰਿਸ਼ਟਾਚਾਰ ਨਹੀਂ ਸੀਗਾ। ਮੈਂ ਵਾਰ-ਵਾਰ ਇਹ ਗੱਲ ਕਹਿੰਦਾ, ਇਹ ਗੱਲ ਦਿੱਲੀ 'ਚ ਕੋਈ ਮੰਤਰੀ ਫੜਿਆ ਜਾਂਦਾ ਹੈ ਜਿਹਦੇ ਕੋਲ ਬਹੁਤ ਕੁਝ ਸਮਾਨ ਵੀ ਮਿਲ ਜਾਂਦਾ ਹੈ, ਸਿਉਣੇ ਦੇ ਬਿਸਕੁਟ ਮਿਲ ਜਾਂਦੇ ਨੇ, ਉਹਨੂੰ ਕਿਹਾ ਜਾਂਦਾ ਕਿ ਇਮਾਨਦਾਰ ਹੈ। ਇਟਸ ਅ ਵੈਂਡੇਟਾ ਪੋਲਿਟਿਕਸ। ਇੱਥੇ ਕੋਈ ਮੰਤਰੀ ਫੜਿਆ ਜਾਂਦਾ ਤਾਂ ਉਹਨੂੰ ਕਿਹਾ ਜਾਂਦਾ ਕਿ ਭ੍ਰਿਸ਼ਟ ਸੀਗਾ। ਸੋ ਮੇਰਾ ਕਹਿਣ ਦਾ ਮਤਲਬ ਕਾਇਦੇ ਕਾਨੂੰਨ ਸਭ ਵਾਸਤੇ ਇੱਕੋ ਜਿਹੇ ਹੋਣੇ ਚਾਹੀਦੇ ਆ,
ਚਾਹੇ ਕੋਈ ਕਿਸੇ ਨੂੰ ਈਡੀ ਫੜ ਲੇ ਤੇ ਚਾਹੇ ਕਿਸੇ ਨੂੰ ਵਿਜੀਲੈਂਸ ਫੜ ਲੇ। ਇਹ ਨਹੀਂਗਾ ਵੀ ਸਾਡੇ ਵਾਲਾ ਤਾਂ ਇਮਾਨਦਾਰ ਹੈ ਤੇ ਇਹਨਾਂ ਵਾਲਾ ਚੋਰ ਹੈ। ਜੇ ਕੋਈ ਚੋਰ ਹੋਏਗਾ ਤਾਂ ਬਿਲਕੁਲ ਉਹਦਾ ਸਾਥ ਨਹੀਂ ਦੇਵਾਂਗੇ, ਪਰ ਜੇ ਕਿਸੇ ਨਾਲ ਵੈਂਡੇਟਾ ਹੋਏਗਾ ਬਿਲਕੁਲ ਡਟ ਕੇ ਲੜਾਈ ਲੜਾਂਗੇ। ਅਨਮੋਲ ਗਗਨ ਮਾਨ ਨੇ ਕਿਹਾ ਵੀ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਪੱਕਾ ਹੀ ਕੈਮਰਾ ਲਵਾ ਲੈਣਾ ਚਲੋ ਮੈਂ ਦੇਖੋ ਗੱਲ ਇਹ ਹੈ, ਸਾਡੀ ਛੋਟੀ ਭੈਣ ਨੂੰ ਤਾਂ ਬੋਲਣ ਦਾ ਜਮਾਂ ਹੀ ਸ਼ੌਂਕ ਨਹੀਂਗਾ, ਸੋ ਕੈਮਰਾ ਕਿਹਨੇ ਲਵਾਉਣਾ। ਅਸੀਂ ਤਾਂ 3 ਵਾਰੀ ਚੁਣ ਕੇ ਆਏ ਹਾਂ, ਪਰ ਮੈਨੂੰ ਲੱਗਦਾ ਸਾਨੂੰ ਸਾਡੇ ਬਜ਼ੁਰਗ ਸਿਖਾ ਕੇ ਗਏ ਸੀ ਕਿ ਭਾਈ ਬੀਬੀਆਂ ਨਾਲ ਜ਼ਿਆਦਾ ਉਲਝਣਾ ਨਹੀਂ ਹੈ। ਉਹ ਅਧਿਕਾਰ ਅਸੀਂ ਹਮੇਸ਼ਾ ਖਾਸ ਕਰਕੇ ਅਨਮੋਲ ਗਗਨ ਮਾਨ ਜੀ ਨੂੰ ਇਹ ਦੇ ਰਹੇ ਹਾਂ, ਕਿਉਂਕਿ ਬੇਬਾਕ ਤਰੀਕੇ ਨਾਲ ਬੀਬੀ ਜੀ ਬੋਲਦੇ ਨੇ। ਜਦੋਂ ਮਰਜ਼ੀ ਜੋ ਮਰਜ਼ੀ ਕਹਿ ਲੈਣ, ਅਸੀਂ ਤਾਂ ਬੀਬਾ ਦੇ ਖਿਲਾਫ ਬੋਲਣਾ ਨਹੀਂ, ਉਹ ਜੋ ਮਰਜ਼ੀ ਕਹੀ ਜਾਵੇ। ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਗੱਲ ਰੱਖਦੇ ਹੋਏ ਨਜ਼ਰ ਆਏ ਸੀ। ਪ੍ਰਤਾਪ ਸਿੰਘ ਬਾਜਵਾ ਉੱਥੇ ਮੌਜੂਦ ਨੇ, ਉਹ ਵੀ ਆਪਣੀ ਗੱਲ ਰੱਖਦੇ ਨਜ਼ਰ ਆ ਰਹੇ ਨੇ। ਕੀ ਕੁਝ ਕਹਿ ਰਹੇ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੂੰ ਵੀ ਸੁਣ ਲੈਂਦੇ ਆ। 4 ਮਹੀਨੇ ਫੇਰ ਅੱਗੇ ਨੂੰ ਕਰਦੇ। ਹੁਣ ਆ ਬਿਜਲੀ ਦਾ ਹੁਣ ਤੁਸੀਂ ਵੇਖੋ, ਅੱਜ ਮੈਂ ਤੁਹਾਡੇ ਜ਼ਰੀਏ ਹੀ ਪੁੱਛਣਾ ਚਾਹੁੰਦਾ, ਅੰਦਰ ਵੀ ਅਸੀਂ ਪੁੱਛਿਆ ਜਵਾਬ ਕੋਈ ਨਹੀਂ ਦਿੱਤਾ ਕਿ ਚੀਮਾ ਸਾਹਿਬ 1800 ਕਰੋੜ ਤੁਸੀਂ ਕਹਿ ਦਿੱਤਾ, ਅਸੀਂ ਹੁਣ ਰੱਖਿਆ 300 ਯੂਨਿਟ ਦਾ। ਸਾਨੂੰ ਘੱਟ ਤੋਂ ਘੱਟ ਇਹ ਤੇ ਦੱਸੋ ਨੰਬਰ ਆਫ ਬੈਨੀਫੀਸ਼ਰੀਜ਼ ਕਿੰਨੇ ਨੇ। ਨੰਬਰ 2, ਇਹ ਬਿਜਲੀ 300 ਯੂਨਿਟ ਕਿਹਨੂੰ ਮਿਲੇਗੀ? ਇਲੈਕਸ਼ਨ ਤੋਂ ਪਹਿਲੇ ਤਾਂ ਤੁਸੀਂ ਕਹਿੰਦੇ ਸੀ ਹਰ ਘਰ ਨੂੰ। ਵੇਖੋ ਜੇ ਬਜਟ 'ਚ ਵੀ ਵੇਖੋ ਤਾਂ ਉਹਦੇ 'ਚ ਵੀ ਇਹ ਲਿਖਿਆ 300 ਯੂਨਿਟ ਪਰ ਫੈਮਿਲੀ। ਬਟ ਇਹ ਗੱਲ ਤੁਸੀਂ ਅੱਜ ਤੋਂ 4 ਦਿਨ ਬਾਅਦ ਨੋਟ ਜਾਂ 10 ਦਿਨ ਬਾਅਦ ਕਰਿਓ। ਇਹਨਾਂ ਨੇ ਫੇਰ ਇਲੈਕਸ਼ਨੋਂ ਬਾਅਦ ਵੀ ਇਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਜੀ ਜਿਨ੍ਹਾਂ ਦਾ ਬਿਜਲੀ ਦਾ ਲੋਡ ਜਿਹੜਾ 2 ਕਿਲੋਵਾਟ ਤੱਕ ਇਹ ਇਕੱਲੇ ਉਹੀ ਕਰ ਲੈ ਸਕਦੇ। 15 ਦਿਨ ਬਾਅਦ ਕਿਹਾ ਨਹੀਂ ਜੀ 1 ਕਿਲੋਵਾਟ। ਅਜੇ ਤੱਕ ਇਹਨਾਂ ਨੇ ਇਹ ਤੇ ਦੱਸਿਆ ਹੀ ਨਹੀਂ ਕਿ ਇਸ ਦਾ ਬੈਨੀਫਿਟ ਲੈਣ ਵਾਲੇ ਬੈਨੀਫੀਸ਼ਰੀਜ਼ ਕਿਹੜੇ ਲੋਕ ਹੋਣਗੇ। ਤੋ ਇਹ ਮੇਰਾ ਮੈਂ ਸਮਝਣਾ ਕਿ ਇਹਨਾਂ ਨੇ ਬਜਟ ਟਪਾਣਾ ਸੀ। ਹੁਣ ਅਗਲਾ ਬਜਟ 6 ਮਹੀਨੇ ਬਾਅਦ ਆਣਾ। ਇਹ 6 ਮਹੀਨੇ ਆਪਣੇ ਵਕਤ ਕੱਢ ਗਏ ਨੇ, ਵਿੱਚ ਥੋੜਾ ਮੋਟਾ ਤੋਰਦੇ ਰਿਹਾ ਕਰਨਗੇ ਕੰਮ ਜੀ। ਕੌਣ ਜੀ? ਨਹੀਂ ਜਿੰਨੇ ਮਰਜ਼ੀ ਹੁੰਦੇ ਰਹਿਣ, ਅਸੀਂ ਕੋਈ ਬੌਂਡਡ ਲੇਬਰ ਹੈ ਇਹਨਾਂ ਦੀ? ਮੈਨੂੰ ਦੱਸੋ ਨਾ, ਕੋਈ ਅਸੀਂ ਆਪ ਦੀ ਪੈਨਸ਼ਨ ਤੇ ਚੱਲਦੇ ਫਿਰਦੇ ਆ? ਰਾਘਵ ਚੱਡਾ ਸਾਡਾ ਪਹਿਲੇ ਹੀ ਕਹਿਣਾ ਕਿ ਜਿਹੜੇ ਬੰਦਿਆਂ ਨੂੰ ਪੰਜਾਬ ਬਾਰੇ ਕੋਈ ਜਾਣਕਾਰੀ ਹੈ ਨਹੀਂ, ਤੁਸੀਂ ਉਹ 7 ਮੈਂਬਰਸ ਉਹਦੇ ਚੋਂ 3 ਤੇ ਇਹੋ ਜਿਹੇ ਲਏ ਨੇ ਜਿਹੜੀਆਂ ਮੋਟੀਆਂ ਸਾਮੀਆਂ ਨੇ। ਤੁਸੀਂ ਇਮਾਨਦਾਰੀ ਦੀਆਂ ਗੱਲਾਂ, ਪਾਰਦਰਸ਼ੀ ਗੱਲਾਂ ਬੜੀਆਂ ਕਰਦੇ ਹੋ। ਸਮੁੱਚੇ ਪੰਜਾਬ ਨੂੰ ਪਤਾ ਹੈ ਕਿ 3 ਮੋਟੀਆਂ ਸਾਮੀਆਂ ਕਿਸ ਤਰ੍ਹਾਂ ਆਈਆਂ ਨੇ। ਇਹਨਾਂ ਨੂੰ ਜੇ ਤੁਸੀਂ ਰਿਪਰੈਜ਼ੈਂਟੇਸ਼ਨ ਦਿੱਤੀ ਹੈ, ਕਿਉਂ ਦਿੱਤੀ? ਇਹਨਾਂ ਵਿੱਚ ਮੈਜੋਰਟੀ ਬੰਦੇ ਤੇ ਪੰਜਾਬ ਨਾਲ ਤਾਲੁਕ ਨਹੀਂ ਰੱਖਦੇ, ਐਕਸੈਪਟ ਫॉर ਬਲਬੀਰ ਸਿੰਘ ਸੀਚੇਵਾਲਾ। देयर इज नोबडी हु बिलोंग्स टू पंजाब। ਕਿਸੇ ਦੇ ਸਿਰ ਤੇ ਦਸਤਾਰ ਰੱਖ ਲਓ, ਪੰਜਾਬੀ ਥੋੜਾ ਬਣ ਜਾਂਦਾ। ਉਹ ਕਹਿੰਦੇ ਤੁਸੀਂ ਪੋਲਿਊਸ਼ਨ ਕੰਟਰੋਲ ਬੋਰਡ ਦੇ ਉਹਨਾਂ ਨੂੰ ਚੇਅਰਮੈਨ ਲਾਇਆ ਹੋਇਆ ਸੀ, ਪਰ ਉੱਪਰੋਂ ਕਹਿੰਦੇ ਇਲੈਕਸ਼ਨ ਫੰਡ ਇੰਡਸਟਰੀਜ਼ ਤੋਂ ਫੰਡ ਲਿਆ। ਸਭ ਭਗਵੰਤ ਸਿੰਘ ਮਾਨ ਤੇ ਅੱਜ ਕਿਉਂਕਿ ਚੀਫ ਮਿਨਿਸਟਰ ਨੇ ਤੇ ਪਹਿਲੇ 3 ਮਹੀਨਿਆਂ 'ਚ ਨੇ, ਅਜੇ ਜਿਹੜਾ ਪਾਵਰ ਦਾ ਨਸ਼ਾ ਉਹ ਅਜੇ ਉਤਰਿਆ ਨਹੀਂ। ਪਾਵਰ ਦਾ ਨਸ਼ਾ ਅਜੇ ਉਤਰਿਆ ਨਹੀਂ। ਅਜੇ ਭਾਵੇਂ 3 ਮਹੀਨੇ, ਅਜੇ ਹੁਣੇ ਹੀ ਇਹਨਾਂ ਦਾ ਮਾਂਜਾ ਲੈ ਕੇ ਹਟਿਆ ਸੰਗਰੂਰ। ਅਜੇ ਇਹਨਾਂ ਦਾ ਚੰਗੀ ਤਰ੍ਹਾਂ ਝਾੜੂ ਖਿਲਾਰ ਕੇ ਹਟੇ ਨੇ, ਉਹਦੇ ਵਾਲੇ ਕਿਰਪਾਨ ਵਾਲੇ ਇਹਨਾਂ ਦਾ ਝਾੜੂ ਖਿਲਾਰ ਕੇ ਹਟੇ ਨੇ। ਅਜੇ ਵੀ ਇਹਨਾਂ ਨੂੰ ਥੋੜਾ ਜਿਹਾ ਵਕਤ ਹੋਰ ਲੱਗੇਗਾ, ਕਿਉਂਕਿ ਤਾਕਤ ਦਾ ਨਸ਼ਾ ਜਿਹੜਾ ਇਹਨੂੰ ਉਤਰਨ ਨੂੰ ਟਾਈਮ ਲੱਗਦਾ। ਰਾਜਾ ਸਾਹਿਬ ਤੁਸੀਂ ਚਿੱਠੀ ਲਿਖੀ ਹੈ ਮੁੱਖ ਮੰਤਰੀ ਨੂੰ, ਤੁਸੀਂ ਇੱਕ ਚਿੱਠੀ ਲਿਖੀ ਹੈ। ਹਾਂਜੀ ਹਰਪਾਲ ਚੀਮਾ ਨਾਲ ਤੁਹਾਡੀ ਸਿੱਧੀ ਬਹਿਸ ਹੋਈ, ਹਾਲਾਂਕਿ ਜਦੋਂ ਵੇਖੋ ਮੈਂ ਤੇ ਸੁਜੈਸਟ ਕੀਤਾ ਸੀ ਕਿ ਚੀਮਾ ਸਾਹਿਬ ਇੱਕ ਜਗ੍ਹਾ ਤੇ ਤੁਸੀਂ 500 ਕਰੋੜ ਰੁਪਈਆ ਖਰਚਾ ਜਿੱਥੇ ਲੋਕਾਂ ਨੇ ਮੰਗ ਹੀ ਨਹੀਂ ਸੀ ਕੀਤੀ, ਉਹ ਪੈਸਿਆਂ ਦਾ ਬੈਟਰ ਇਸਤੇਮਾਲ ਕਰ ਲਓ। ਤੁਸੀਂ ਉਹ 500 ਕਰੋੜ ਰੁਪਈਆ ਜੇਲ੍ਹਾਂ ਦੀ ਬੈਟਰਮੈਂਟ ਵਾਸਤੇ, ਕਿਉਂਕਿ ਅੱਜ ਸਾਰਿਆਂ ਨੂੰ ਵੱਡਾ ਵੇਖੋ ਤੁਸੀਂ ਇੱਕ ਹੋਰ ਪਾਸੇ ਨੂੰ ਉਹ ਗੱਲ ਹੈਗੇ, ਜਿਹੜੀ ਅਸਲ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਜੇਲ੍ਹਾਂ ਵਿੱਚ ਬੈਠੇ ਨੇ, ਉਹਨਾਂ ਦੇ ਡਰ ਦੇ ਨਾਲ ਹਰ ਆਦਮੀ ਨੂੰ ਅੱਜ ਫਰੌਤੀਆਂ ਦੀਆਂ ਟੈਲੀਫੋਨ ਆ ਰਹੇ ਨੇ, ਚਿੱਠੀਆਂ ਆ ਰਹੀਆਂ ਨੇ, ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ। ਮੈਂ ਇਹਨਾਂ ਕਿਹਾ ਸੀ ਇਹਨਾਂ ਨੂੰ ਬੈਟਰ ਇੱਥੇ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਸਿਸਟਮ ਹੈ ਜੇਲ੍ਹ ਦਾ, ਉਹਨੂੰ ਬੈਟਰ ਕੀਤਾ ਜਾਏ। ਇੱਥੇ ਟਾਵਰਸ ਲੱਗਣ ਦੀ ਲੋੜ ਹੈ, ਇੱਥੇ ਜ਼ਿਆਦਾ ਜੇਲ੍ਹ ਦੀ ਭਰਤੀ ਕਰਨ ਦੀ ਲੋੜ ਹੈ, ਉੱਥੇ ਮੋਬਾਈਲ ਟਾਵਰ ਜਿਹੜੇ ਨੇ 5G ਚਾਹੀਦੇ ਨੇ। ਸੋ ਬਹੁਤ ਕੁਝ ਉੱਥੇ ਕਰਨ ਦੀ ਲੋੜ ਹੈ। ਮੈਂ ਹਰਿਆਣਾ ਦਾ ਇਹਨਾਂ ਨੂੰ ਐਗਜ਼ਾਮਪਲ ਦਿੱਤਾ ਸੀ। ਹਰਿਆਣਾ ਦੇ ਵਿੱਚ 24,000 ਇਨਮੇਟ ਨੇ ਜੇਲ੍ਹਾਂ 'ਚ। ਇੱਕ ਮਿੰਟ ਮੈਡਮ, 4,000 ਦੀ ਉਹਨਾਂ ਕੋਲ ਭਰਤੀ ਹੈ। ਸੋ 6 ਬੰਦਿਆਂ ਪਿੱਛੇ ਇੱਕ ਉਹਨਾਂ ਕੋਲ ਵਾਰਡਨ ਹੈ। ਪੰਜਾਬ ਦੇ ਵਿੱਚ ਗਿਣਤੀ ਬਹੁਤ ਘੱਟ ਹੈ ਜੀ। ਚਿੱਠੀ ਲਿਖੀ ਹੈ ਜਿਹੜੀ ਤੁਸੀਂ ਸੀਐਮ ਸਾਹਿਬ ਨੂੰ ਕੈਮਰਾ ਫੋਕਸ ਨੂੰ ਲੈ ਕੇ? ਨਹੀਂ, ਉਹ ਸੀਐਮ ਨੂੰ ਨਹੀਂ ਲਿਖੀ, ਉਹ ਸਪੀਕਰ ਸਾਹਿਬ ਨੂੰ ਲਿਖੀ ਹੈ ਕਿ ਬਹੁਤ ਅਨਫੋਰਚੂਨੇਟ ਹੈ ਕਿ ਤੁਸੀਂ ਇੱਕ ਤੇ ਕਹਿੰਦੇ ਪਾਰਦਰਸ਼ਤਾ ਰੱਖਾਂਗੇ,
ਤੇ ਤੁਸੀਂ ਸਾਨੂੰ ਕੀਤਾ ਕੀ ਇਹ ਕਿ ਆਪੋਜੀਸ਼ਨ ਜਦੋਂ ਬੋਲਦੀ ਹੈ ਤੇ ਕੈਮਰਾ ਖਿੱਚ ਕੇ ਉੱਥੇ ਲੈ ਜਾਂਦੇ ਨੇ 150 200 ਗਜ਼ ਤੋਂ, ਨਾ ਤੇ ਕਿਸੇ ਨੂੰ ਸਮਝ ਆਂਦੀ ਬੋਲ ਕੌਣ ਰਿਹਾ, ਆਵਾਜ਼ ਤੋਂ ਲੋਕਾਂ ਨੂੰ ਪਛਾਣਨਾ ਪੈਂਦਾ ਹੈ। ਤੁਹਾਡਾ ਜਿਹੜਾ ਕੋਈ ਵੀ ਮੈਂਬਰ ਜਿਹਨੂੰ ਗੱਲ ਕਰਨ ਦੀ ਵੀ ਜਾਚ ਹੈ ਨਹੀਂ, ਉਹਦੇ ਤੇ ਫੋਕਸ ਕਰ ਦਿੰਦੇ ਨੇ, ਇਹਨਾਂ ਦੇ ਮਿਨਿਸਟਰਾਂ ਨੂੰ ਫੋਕਸ ਕਰ ਦਿੰਦੇ ਨੇ, ਇਹਨਾਂ ਦੇ ਚੀਫ ਮਿਨਿਸਟਰ ਤੇ ਫੋਕਸ ਰੱਖਦੇ ਨੇ। ਸੋ ਲੈਵਲ ਪਲੇਇੰਗ ਫੀਲਡ ਹੈ ਨਹੀਂ। ਉਹਦਾ ਮਤਲਬ ਹੈ ਕਿ ਵੇਖੋ ਇਹ ਕੋਈ ਤਰੀਕਾ ਜੀ, ਵੇਖੋ ਲੋਕ ਸਭਾ ਦੇ ਵਿੱਚ, ਰਾਜ ਸਭਾ 'ਚ ਜੇ ਉੱਥੇ ਟੈਲੀਵਿਜ਼ਨ ਚੱਲਦੇ ਨੇ, ਉਹਨਾਂ ਨੇ ਆਪਣਾ ਇੱਕ ਬਕਾਇਦਾ ਤੌਰ ਆਟੋਨੋਮਸ ਬੋਡੀ ਬਣਾਈ ਹੈ। ਮੈਂ ਵੀ ਆ ਸੁਜੈਸਟ ਕੀਤਾ ਆਟੋਨੋਮਸ ਬੋਡੀ ਬਣਾਓ, ਜਾਂ ਫਿਰ ਕੈਮਰੇ ਬੰਦ ਕਰੋ। ਜੇ ਕੈਮਰੇ ਔਨ ਕਰਨੇ ਫਿਰ ਦੋਨੋਂ ਪਾਸੇ ਬਹਿਸ ਤੇ ਸੁਣ ਤੇ ਲੈਣ ਦਿਓ। ਤੁਸੀਂ ਚਾਹੁੰਦੇ ਹੋ ਕਿ ਵਨ ਵੇ ਟ੍ਰੈਫਿਕ ਚੱਲੇ, ਕੱਲੇ ਆਪ ਦੇ ਮਿਨਿਸਟਰਸ ਤੇ ਐਮਐਲਏ ਨੂੰ ਲੋਕ ਸੁਣ ਇਸੇ ਸਕਣ। ਮਸਲੇ ਤੇ ਅਨਮੋਲ ਗਗਨ ਮਾਨ ਕਹਿ ਰਹੇ ਆ ਕਿ ਬਾਜਵਾ ਸਾਹਿਬ ਤੇ ਵੜਿੰਗ ਸਾਹਿਬ ਜਿਹੜੇ ਨੇ ਆਪਣਾ ਅਲੱਗ ਕੈਮਰਾ ਲਵਾ ਲੈਣ, ਉਹਨਾਂ ਨੂੰ ਕਹਿੰਦੇ ਕੈਮਰੇ ਤੇ ਆਉਣ ਦਾ ਬਹੁਤ ਸ਼ੌਕ ਹੈ। ਵੇਖੋ ਗੱਲ ਇਸ ਤਰ੍ਹਾਂ, ਮੈਂ ਅਨਮੋਲ ਰਤਨ ਜੀ ਸਾਡੀ ਨੌਜਵਾਨ ਭੈਣ ਹੀ ਹੈ ਛੋਟੀ, ਉਹਨੂੰ ਮੈਂ ਗੱਲ ਕਹੂੰਗਾ ਪਹਿਲੇ ਹੋਮਵਰਕ ਕਰਕੇ ਆਇਆ ਕਰ। ਤੂੰ ਪਹਿਲੇ ਬਿਆਨ ਦਿੱਤਾ ਕਿ ਜੀ ਸਾਰੇ ਹਿੰਦੁਸਤਾਨ 'ਚ ਹਰ ਸੀਟ ਹਾਰ ਸਕਦੀ ਹੈ ਸੰਗਰੂਰ ਤੋਂ ਇਲਾਵਾ, ਉੱਥੇ ਮਾਂਜਾ ਲੈ ਗਿਆ। ਫਿਰ ਇਹ ਕਹਿ ਰਹੀ ਸੀ ਕਿ ਵੋਟਾਂ ਤਾਂ ਨਹੀਂ ਪੈ ਰਹੀਆਂ ਕਿਉਂਕਿ ਫਸਲ ਦੀ ਕਟਾਈ ਹੋ ਰਹੀ ਹੈ। ਉਹਨੂੰ ਜਿਹਨੂੰ ਇਹ ਹੀ ਨਹੀਂ ਪਤਾ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਕਰਦੀ ਕਿ ਫਸਲ ਲਾਉਣ ਦਾ ਟਾਈਮ ਹੈ ਕਿ ਕੱਟਣ ਦਾ ਟਾਈਮ ਹੈ, ਉਹਦੀ ਗੱਲ ਦਾ ਮੈਂ ਕੀ ਜਵਾਬ ਦੇਵਾਂ? जेल मंत्री जिस तरीके अच्छा, का मूंगी दावा- की। जेल मंत्री ने सदन के भीतर जो दावा किया है मुख्तार अंसारी को लेकर, उसको लेकर आपकी क्या स्टेटमेंट है? क्या इस तरीके का उनका दावा सही है? नहीं, मैंने तो एक बात कही है कि अगर आपका दावा ये सही है, आप प्रूव करो ऑन द फ्लोर ऑफ द हाउस। जेल्स मिनिस्टर ये बात कहे तो हमने कहा प्रूव करो, अगर नहीं प्रूव करो यू विल हैव टू रिजाइन, क्योंकि फ्लोर पर कोई यू अदरवाइज यू आर मिसलीडिंग द हाउस एंड द पीपल ऑफ पंजाब। आप प्रूव ਪੰਜਾਬ ਲੈ ਕੇ ਤੁਸੀਂ ਸੀਐਮ ਮਾਨ ਨੂੰ ਲੈਟਰ ਲਿਖੀ ਹੈ, ਕਿਹੜੀ ਕਿਹਦੇ ਬਾਰੇ? ਮੱਤੇਵਾੜਾ ਟੈਕਸ ਪ੍ਰਪੋਜ਼ਲ ਲੈ ਕੇ ਤੁਸੀਂ ਸੀਐਮ ਮਾਨ ਨੂੰ ਵੇਖੋ ਮੱਤੇਵਾੜੇ ਦਾ ਜਿਹੜਾ ਜੰਗਲ ਹੈ ਉਹਦਾ ਈਕੋਸਿਸਟਮ ਸਾਰਾ ਲੁਧਿਆਣੇ ਦਾ ਤੇ ਪੰਜਾਬ ਦਾ ਵਿਗਾੜੇਗਾ। ਬੁੱਢਾ ਨਾਲਾ ਪਹਿਲੇ ਹੀ ਸਾਰਿਆਂ ਨੂੰ ਪੋਲਿਊਟਡ ਸ਼ਹਿਰ ਦੁਨੀਆ ਦੇ ਵਿੱਚ ਜਿਹੜੇ ਚਾਰ ਨੇ ਉਹਨਾਂ ਲੁਧਿਆਣਾ ਹੈ। ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਪਿਛਲੀ ਵਾਰ ਤੁਹਾਡੀ ਹਾਈ ਪਾਵਰਡ ਕਮੇਟੀ ਆਪ ਦੀ, ਜਿਹਦੇ ਵਿੱਚ ਸਪੀਕਰ ਸਾਹਿਬ ਨਾਲ ਨੇ, ਆ ਜਿਹੜੇ ਨੇ ਚੀਮਾ ਸਾਹਿਬ ਵਿੱਚ ਸਨ, ਅਮਨ ਅਰੋੜਾ ਜੀ ਜਿਹੜੇ ਨੇ, ਇਹਨਾਂ ਦੇ ਬਿਨਾਂ ਫੀਸ ਦਿੱਤੇ ਹੋਏ ਵਕੀਲ ਜਿਹੜੇ ਨੇ ਉਹ ਉਹਦੇ ਵਿੱਚ ਸੀ, ਇੱਕ ਦੋ ਜਾਣੇ ਹੋਰ ਉੱਥੇ ਸੀ। ਤੁਸੀਂ ਪਿਛਲੀ ਵਾਰ ਜਾ ਕੇ ਜਦੋਂ ਆਊਟ ਆਫ ਪਾਵਰ ਸੀ ਉਦੋਂ ਤੇ ਸਾਰਿਆਂ ਨਾਲੋਂ ਵੱਧ ਤੁਸੀਂ ਮੱਤੇਵਾੜੇ ਦੀ ਲੜਾਈ ਲੜਦੇ ਰਹੇ ਕਿ ਮੱਤੇਵਾੜੇ ਦਾ ਜਿਹੜਾ ਜੰਗਲ ਹੈ ਇਹਦੇ ਵਿੱਚ ਅਸੀਂ ਇੰਡਸਟਰੀ ਨਹੀਂ ਆਉਣ ਦੇਣੀ। ਹੁਣ ਤੁਹਾਡੀ ਸਰਕਾਰ ਆਈ ਤੇ ਤੁਸੀਂ ਐਗਜ਼ੈਕਟਲੀ ਉਹਦਾ ਆਪੋਜ਼ਿਟ ਕੀਤਾ। ਹੁਣ ਸਰ ਸੀਐਮ ਦੀ ਤਰਫੋਂ ਪੋਸਟ ਪਾਈ ਗਈ ਹੈ ਕਿ ਮੱਤੇਵਾੜਾ ਜੰਗਲ ਨੂੰ ਨਹੀਂ ਉਜਾੜਿਆ ਜਾਏਗਾ। ਹਾਂ, ਨਹੀਂ, ਚੰਗੀ ਗੱਲ ਹੈ, ਉਹ ਮੈਂ ਹੀ ਗੱਲ ਉਹਨਾਂ ਨੇ ਕੀਤੀ ਸੀ ਕਿ ਮੈਨੂੰ ਇੱਥੋਂ ਵੇਖੋ ਇਹ ਗੱਲ ਸਾਬਤ ਹੋ ਗਈ ਕਿ ਭਗਵੰਤ ਮਾਨ ਜੀ ਨੂੰ ਇਸ ਤੋਂ ਪਹਿਲੇ ਜਦੋਂ ਟੈਕਸਟਾਈਲ ਪਾਰਕ ਉੱਥੇ ਲਿਆਉਣ ਦੀ ਗੱਲ ਕੀਤੀ ਹੈ ਸਤਲੁਜ ਦੇ ਕੰਢੇ, ਦੈਟ ਮੀਨਸ ਹੀ ਵਾਸ ਨਾਟ ਈਵਨ ਅਵੇਅਰ। ਉਹ ਆਪੋਜੀਸ਼ਨ ਅਸੀਂ ਚੁੱਕਿਆ ਤਾਂ ਅਵੇਅਰ ਹੋਏ ਨੇ। ਚੰਗੀ ਗੱਲ ਹੈ ਜੇ ਗੱਲ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਉਦयपुर ਚ ਜੋ उदयपुर की घटना उसनु को किस किवें तरीके देखते हो से देखते हैं सर? सरकार को भी घेरा जा रहा है वहाँ देखो पर। ऐसा है, मुझे उसका इल्म नहीं। पंजाब में ही घटना इतनी हो रही है भैया, पंजाब में घटना बंद होगी तो हम उदयपुर, जयपुर, किसी और पुर को देखेंगे। पुलिस वालों को गोली, कहीं पुलिस वाले गोली चला ना, पंजाब में ही कोई इंसिडेंट होने से रुक नहीं रहा। आप उदयपुर की बात कर रहे हो, हमें तो ये नहीं पता गुरदासपुर में क्या हो रहा है, होशियारपुर में क्या हो रहा है, उदयपुर तो बाद में देखेंगे। ਸਰ ਐਮਐਚਏ ਦਾ ਸਿੱਧੇ ਤੌਰ ਤੇ ਪ੍ਰਧਾਨ ਸਿੰਘ ਬਾਜਵਾ ਕਹਿੰਦੇ ਨਜ਼ਰ ਆਏ ਨੇ ਕਿ ਪੰਜਾਬ ਦੇ ਵਿੱਚ ਸਿਚੁਏਸ਼ਨ ਵਿਗੜਦੀ ਨਜ਼ਰ ਆ ਰਹੀ ਹੈ। ਅਮਨ ਅਰੋੜਾ ਵੀ ਇੱਥੇ ਮੌਜੂਦ ਨੇ, ਗੱਲਬਾਤ ਉਹਨਾਂ ਨਾਲ ਵੀ ਕਰਾਂਗੇ। ਅਮਨ ਜੀ, ਵਿਰੋਧੀ ਧਿਰ ਲਗਾਤਾਰ ਸਵਾਲ ਚੁੱਕ ਰਹੀ ਹੈ, ਕਦੇ ਕੈਮਰਾ ਫੋਕਸ ਨੂੰ ਲੈ ਕੇ ਸਵਾਲ ਚੱਕ ਦਿੰਦੇ ਨੇ ਕਿ ਸਾਨੂੰ ਕੈਮਰਾ ਫੋਕਸ ਨਹੀਂ ਕੀਤਾ ਜਾਂਦਾ, ਕਦੇ ਪਾਲਿਸੀਆਂ ਨੂੰ ਲੈ ਕੇ ਸਵਾਲ ਚੁੱਕਦੇ ਨੇ। ਹੁਣ ਤੇ ਐ ਤੱਕ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਕਿ ਜੇਲ੍ਹਾਂ ਨੂੰ ਹੋਰ ਸੁਧਾਰੋ, ਜੇਲ੍ਹਾਂ ਦੀ ਵਿਵਸਥਾ ਨੂੰ ਸੁਧਾਰਨ ਦੀ ਲੋੜ ਹੈ। ਹਰਿਆਣਾ ਦਾ ਵੀ ਐਗਜ਼ਾਮਪਲ ਦੇ ਰਹੇ ਨੇ। ਉਹ ਜੇਲ੍ਹਾਂ ਬਾਰੇ ਸੀਐਮ ਸਾਹਿਬ ਨੇ ਦੱਸ ਦਿੱਤਾ ਸੀਗਾ ਵੀ ਕਿਉਂਕਿ ਇਹਨਾਂ ਦੇ ਬਹੁਤੇ ਸਾਥੀ ਨੂੰ ਬਾਹਰ ਘੱਟ ਹੋਇਆ ਕਰਨਗੇ, ਅੰਦਰ ਜ਼ਿਆਦਾ ਹੋਇਆ ਕਰਨਗੇ, ਇਸ ਕਰਕੇ ਡਿਮਾਂਡ ਕਰ ਰਹੇ ਨੇ। ਪਰ ਇਸ ਤੋਂ ਇਲਾਵਾ ਇਰਰਿਸਪੈਕਟਿਵ ਆਫ ਦੈਟ ਸਾਡਾ ਪੂਰੇ ਪੰਜਾਬ ਨੂੰ ਸੁਧਾਰਨ ਦੇ ਮਕਸਦ ਦੇ ਨਾਲ ਚੱਲੇ ਹੋਏ ਆ ਤੇ ਸਾਰੇ ਪਾਸੇ ਸੁਧਾਰ ਜਲਦੀ ਆਊਗਾ। ਕਹਿੰਦੇ ਖਹਿਰਾ ਸਾਹਿਬ ਤਾਂ ਐਵੇਂ ਕਹਿ ਗਏ, ਕਹਿੰਦੇ ਵੀ ਬੇਇੱਜ਼ਤੀ ਕਰਦੇ ਨੇ, ਇੱਕ ਵਾਰ ਪੁਲਿਸ ਨੂੰ ਪਿੱਛੇ ਹਟ ਕੇ ਸਾਡੇ ਨਾਲ ਗੱਲ ਕਰੇ। ਹੁਣ ਜਿਹੜੇ ਬੰਦੇ ਨੂੰ ਬੇਇੱਜ਼ਤੀ ਕਰਾਉਣ ਦਾ ਸ਼ੌਂਕ ਹੋਵੇ ਤੇ ਉਹ 'ਚ ਅਸੀਂ ਕੀ ਕਰ ਸਕਦੇ ਹਾਂ? ਉਹਦਾ ਚਲੋ ਛੱਡੋ ਉਹਨਾਂ ਦੀ ਗੱਲ, ਤੁਸੀਂ ਆਪਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ।
ਨਹੀਂ ਸਦਨ ਦੇ ਅੰਦਰ ਜੋ ਹੋਇਆ ਉਹੀ ਸਵਾਲ ਸੀਗੇ ਅਰੋੜਾ ਸਾਹਿਬ। ਉਹ ਹੁਣ ਦੇਖ ਲੈ, ਤੁਸੀਂ ਵੀ ਦੇਖ ਲੈ ਸਾਰਿਆਂ ਨੂੰ, ਤੁਸੀਂ ਵੀ ਤਾਂ ਸਵਾਦ ਲੈਂਦੇ ਹੋ ਬਾਰ-ਬਾਰ ਉਹੀ ਗੱਲਾਂ ਪੁੱਛ ਕੇ। ਛੱਡੋ ਭਰਾ, ਹੁਣ ਤੁਸੀਂ ਪੰਜਾਬ ਦੀ ਗੱਲ ਕਰੋਗੇ ਯਾਰ। ਲੇਕਿਨ ਅਰੋੜਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਓਵਰਆਲ ਜਿਸ ਤਰ੍ਹਾਂ ਢੰਗ ਦੇ ਨਾਲ 5 ਦਿਨ ਲਗਾਤਾਰ ਸੈਸ਼ਨ, ਹਾਲਾਂਕਿ ਅੱਜ ਮੁੱਖ ਮੰਤਰੀ ਸਾਹਿਬ ਇਹ ਵੀ ਕਹਿੰਦੇ ਨਜ਼ਰ ਆਏ ਕਿ ਸਾਡੀ ਜਿਹੜੀ ਗਰੰਟੀ ਹੈ ਮਹਿਲਾਵਾਂ ਨੂੰ ਲੈ ਕੇ ਉਹ ਗਰੰਟੀ ਛੇਤੀ ਪੂਰੀ ਹੁੰਦੀ ਨਜ਼ਰ ਆਏਗੀ, ਔਰ ਅੱਜ ਟਰਾਂਸਪੋਰਟ ਦਾ ਜਿਹੜਾ ਮਸਲਾ ਉੱਠਦਾ ਹੋਇਆ ਨਜ਼ਰ ਆਇਆ। ਟਰਾਂਸਪੋਰਟ ਮੰਤਰੀ ਸਾਹਿਬ ਜਿਹੜੇ ਬੋਲਦੇ ਨਜ਼ਰ ਆਏ ਕਿ ਪਿਛਲੇ ਸਮਾਂ ਜਿਹੜਾ ਟਰਾਂਸਪੋਰਟ ਮਾਫੀਆ ਸੂਬੇ ਦੇ ਵਿੱਚ ਸਕਰੀ ਸੀ ਜਾਂ ਹੋਰ ਜਿਹੜੇ ਮਾਫੀਆ ਸਕਰੀਆਂ ਸੀ ਉਹਨਾਂ ਨੂੰ ਲੈ ਕੇ ਹੁਣ ਐਕਸ਼ਨ ਪਲਾਨ ਕੀ ਹੈ ਸਰਕਾਰ ਦਾ, ਕਿਸ ਢੰਗ ਨਾਲ? ਇਹ ਸਾਰਿਆਂ ਨੂੰ ਪਤਾ ਹੈ ਜੀ ਕਿ ਟਰਾਂਸਪੋਰਟ ਮਾਫੀਆ ਬੜੇ ਵੱਡੇ ਪੱਧਰ ਦੇ ਉੱਪਰ ਐਕਟਿਵ ਸੀਗਾ ਔਰ ਉਹਨੂੰ ਸਾਡੀ ਸਰਕਾਰ ਖਤਮ ਕਰਨ ਲੱਗੀ ਹੋਈ ਹੈ ਜੜੋਂ। ਔਰ ਸੈਕੰਡਲੀ ਜਿਹੜੇ ਉਹ ਦਿੱਲੀ 에ਅਰਪੋਰਟ ਦੇ ਬੱਸਾਂ ਦੀ ਗੱਲ ਕਰਦੇ ਨੇ, ਉਹ ਬੜੇ ਕਲੀਅਰਲੀ ਉਹਨਾਂ ਨੂੰ ਪਹਿਲਾਂ ਵੀ ਕਈ ਵਾਰੀ ਦੱਸਿਆ ਤੇ ਅੱਜ ਵੀ ਦੱਸਿਆ ਹੈ ਕਿ ਜਿਹੜੀਆਂ ਉਹਨਾਂ ਨੂੰ ਉੱਥੇ ਤਾਂ ਦਿਖਦਾ ਹੈ ਵੀ 18 ਕਿਲੋਮੀਟਰ ਗੱਡੀਆਂ ਨਹੀਂ ਚੱਲਦੀਆਂ ਹੈਗੀਆਂ 에ਅਰਪੋਰਟ ਤੋਂ ISBT ਤੋਂ IGI ਤੱਕ, ਜਿਹੜੀਆਂ ਇੱਥੇ 100% ਰੂਲਸ ਜਾਂ ਮੋਟਰ ਵਹੀਕਲ ਐਕਟ ਦੀ ਵਾਇਲੇਸ਼ਨ ਕਰਦੀਆਂ ਹੋਈਆਂ ਗੱਡੀਆਂ, ਵੱਡਿਆਂ ਘਰਾਣਿਆਂ ਦੀਆਂ ਪ੍ਰਾਈਵੇਟ ਗੱਡੀਆਂ ਪਠਾਨਕੋਟ ਤੋਂ, ਜਲੰਧਰੋਂ, ਅੰਮ੍ਰਿਤਸਰ ਤੋਂ ਸ਼ੰਭੂ ਬੈਰੀਅਰ ਤੱਕ ਜਾਂਦੀਆਂ ਨੇ। ਪਰਮਿਟ ਉਹਨਾਂ ਕੋਲੇ ਕੰਟਰੈਕਟ ਕੈਰੇਜ ਦਾ ਹੁੰਦਾ ਔਰ ਜਾਂਦੇ ਸਟੇਜ ਕੈਰੇਜ ਵਾਂਗੂ ਨੇ, ਜਿਹਦੇ ਵਿੱਚ ਕਾਨੂੰਨ ਮੁਤਾਬਕ ਉਹ ਨਾ ਸਵਾਰੀ ਚੱਕ ਸਕਦੇ ਨੇ, ਨਾ ਉਤਾਰ ਸਕਦੇ ਨੇ, ਨਾ ਅੱਡਿਆਂ ਦੇ ਵਿੱਚ ਵੜ ਸਕਦੇ ਨੇ, ਨਾ ਨਿਕਲ ਸਕਦੇ ਨੇ। ਜਿਹੜੀਆਂ ਸਵਾਰੀਆਂ ਜਾਂਦੇ ਹੋਏ ਹੋਣੀਆਂ ਚਾਹੀਦੀਆਂ ਨੇ ਉਹੀ ਆਉਂਦੇ ਹੋਏ ਹੋਣੀਆਂ ਚਾਹੀਦੀਆਂ ਨੇ। ਸਾਰੇ ਰੂਲਸ ਦੀਆਂ ਧੱਜੀਆਂ ਉਡਾਉਂਦੇ ਹੋਏ ਉਹ ਸ਼ੂਕ ਦੀਆਂ ਚੱਲੀ ਗਈਆਂ ਨੇ ਇੰਨਾ ਲੰਬਾ ਸਮਾਂ, ਉਹ ਤਾਂ ਇਹਨਾਂ ਨੂੰ ਦਿਖਦਾ ਨਹੀਂ ਹੈਗਾ। ਔਰ ਸਿਰਫ ਗੱਲ ਕਰਦੇ ਨੇ ਆਪਣਾ ਦਿੱਲੀ ਦੀ। ਹੁਣ ਜੇ ਦਿੱਲੀ ਔਰ ਪੰਜਾਬ ਨੇ ਐਗਰੀਮੈਂਟ ਕਰਕੇ ਪੰਜਾਬ ਦੇ ਲੋਕਾਂ ਨੂੰ ਸਹੂਲਤ ਦੇ ਦਿੱਤੀ ਤੇ ਇੰਨੀ ਤਕਲੀਫ ਕਿਉਂ ਮੰਨ ਰਹੇ ਨੇ, ਮੈਨੂੰ ਇਹ ਸਮਝ ਨਹੀਂ ਆ ਰਹੀ ਹੈਗੀ। ਅਰੋੜਾ ਸਾਹਿਬ ਸਾਥੀ ਮਸਲਾ ਚੱਕਦੇ ਨਜ਼ਰ ਆਏ ਅੱਜ, ਤੁਹਾਡੇ ਇੱਕ ਸਾਥੀ ਮਸਲਾ ਚੱਕਦੇ ਨਜ਼ਰ ਆਏ ਕਿ ਲਾਰੈਂਸ ਬਿਸ਼ਨੋਈ ਨੂੰ VVIP ਨਾ ਬਣਾਇਆ ਜਾਏ, ਗਲੋਰੀਫਾਈ ਲਾਰੈਂਸ ਬਿਸ਼ਨੋਈ ਨੂੰ ਨਾ ਕੀਤਾ ਜਾਏ, ਇੱਕ ਗੈਂਗਸਟਰ ਹੈ, ਗੈਂਗਸਟਰ ਦੀ ਤਰ੍ਹਾਂ ਟ੍ਰੀਟਮੈਂਟ ਹੋਏ। ਨਹੀਂ ਚਲੋ ਉਹ ਤਾਂ ਦੇਖੋ ਜੀ, ਹਾਊਸ ਦੇ ਵਿੱਚ ਹਰੇਕ ਮੈਂਬਰ ਨੂੰ ਆਪਦੀ ਗੱਲ ਕਹਿਣ ਦਾ ਹੱਕ ਹੁੰਦਾ। ਜੇ ਕਿਸੇ ਸਾਥੀ ਨੇ ਗੱਲ ਕਹੀ ਹੈ ਤੇ ਜੇ ਕੋਈ ਮੇਰੇ ਧਿਆਨ ਦੇ ਵਿੱਚ ਵੀ ਨਹੀਂ ਹੈ, ਜੇ ਕੋਈ ਇਹੋ ਜਿਹੀ ਗੱਲ ਹੋਈ ਹੈ ਤੇ ਸਰਕਾਰ ਐਪਰੋਪਰੀਏਟ ਲੈਵਲ ਤੇ ਉਸ ਚੀਜ਼ ਨੂੰ ਤੇ ਉੱਪਰ ਗੌਰ ਕਰੇਗੀ। ਆਮ ਬਾਜਵਾ ਕਹਿੰਦੇ ਨੇ, ਕਹਿੰਦੇ ਅਰੋੜਾ ਸਾਹਿਬ ਨੂੰ ਪਾਕਿਸਤਾਨ ਦੀ ਟ੍ਰੇਨ 'ਚ ਚੜਾ ਦੇਣਾ ਚਾਹੀਦਾ। ਨਹੀਂ ਉਹ ਕਹਿੰਦੇ ਕਿ ਤੁਸੀਂ ਬੜੇ ਹਰੀ ਹੋ, ਤੁਸੀਂ ਪਾਕਿਸਤਾਨ ਦੀ ਜਿਹੜੀ ਟ੍ਰੇਨ ਜਾ ਰਹੀ ਹੈ ਉਹ ਤੇ ਚੜਾਉਣਾ ਚਾਹੀਦਾ। ਪਾਕਿਸਤਾਨ ਦੀ ਟ੍ਰੇਨ ਉਹ ਕਹਿੰਦੇ ਕਿ ਤੁਹਾਨੂੰ ਬਹੁਤ ਹਰੀ ਹੋ। ਇੱਕ ਮਿੰਟ, ਤੁਸੀਂ ਵੀ ਬਾਹਲੀ ਹਰੀ ਚੋ, ਮੈਨੂੰ ਟਿਕਾਈ ਨਾਲ ਦੱਸੋ ਸਵਾਲ ਕੀ ਹੈ। ਸਿਫਾਰਿਸ਼ ਨਹੀਂ ਕੀਤੀ ਹਾਂ, ਸੀ, ਇੱਕ 7 ਪਦ ਖਾਲੀ ਪਏ ਨੇ, ਉਹਨਾਂ ਦੇ ਵਿੱਚੋਂ ਇੱਕ ਜਿਹੜੀ ਹੈ ਉਹ ਇੱਕ ਪਦ ਜਿਹੜਾ ਅਮਨ ਅਰੋੜਾ ਜੀ ਨੂੰ ਦੇ ਦਿੱਤਾ ਜਾਵੇ ਤੇ ਉਹਨਾਂ ਨੇ ਉਹੀ ਕਿਹਾ ਕਿ ਟ੍ਰੇਨ ਜਿਹੜੀ ਪਾਕਿਸਤਾਨ ਵੱਲ ਨੂੰ ਜਾ ਰਹੀ ਹੈ, ਇੱਕ ਭਾਵੇਂ ਖਿਲਾਰ ਕੇ ਹੀ ਲੈ ਜਾਓ। ਪੰਜਾਬ ਕਿਹੜੀ ਪਾਕਿਸਤਾਨ ਦੀ ਕਿਹੜੀ ਬੱਸ ਕਰੇ ਟ੍ਰੇਨ ਟੂ ਪਾਕਿਸਤਾਨ ਤੁਹਾਡੀ ਸਰਕਾਰ ਨੂੰ ਟ੍ਰੇਨ ਟੂ ਪਾਕਿਸਤਾਨ ਦੱਸ ਰਹੇ, ਤੰਜ ਕੱਸ ਰਹੇ ਨੇ। ਚਲੋ ਦੇਖੋ ਇਸ ਤਰ੍ਹਾਂ ਹੈ ਕਿ ਚਲੋ ਵੱਡੇ ਭਰਾ ਨੇ ਮੇਰੇ ਤੰਜ ਕੱਸ ਲੈਣ, ਕੋਈ ਮੈਂ ਬੁਰਾ ਨਹੀਂ ਮੰਨਦਾ ਹੈਗਾ। ਗੱਲ ਇਹ ਹੈ, ਮੈਂ ਇੱਕ ਨਹੀਂ 1000 ਵਾਰੀ ਕਹਿ ਚੁੱਕਿਆ ਕਿ ਮੈਂ ਅਰਵਿੰਦ ਕੇਜਰੀਵਾਲ ਜੀ ਦਾ, ਮੈਂ ਭਗਵੰਤ ਮਾਨ ਜੀ ਦਾ, ਮੈਂ ਆਮ ਆਦਮੀ ਪਾਰਟੀ ਦਾ ਸਭ ਤੋਂ ਛੋਟਾ ਤੇ ਨਿਮਾਣਾ ਸਿਪਾਹੀ ਹਾਂ। ਮੇਰੀ ਪਾਰਟੀ ਜਿੱਥੇ ਡਿਊਟੀ ਲਾਊਗੀ ਮੈਂ ਉਹ 100% ਇਮਾਨਦਾਰੀ ਤੇ ਕਮਿਟਮੈਂਟ ਦੇ ਨਾਲ ਨਿਭਾਉਣ ਦੇ ਲਈ ਤਿਆਰ ਹਾਂ। ਹੁਣ ਤਾਂ ਮੈਂ ਇਹ ਜੇ ਮੁੱਖ ਮੰਤਰੀ ਦੇ ਪਿੱਛੇ, ਮੈਨੂੰ ਧੰਨਵਾਦ ਉਹਨਾਂ ਦਾ ਕਿ ਮੁੱਖ ਮੰਤਰੀ ਆਪਦੇ ਪਿੱਛੇ ਬਿਠਾਉਂਦੇ ਨੇ। ਜੇ ਮੈਨੂੰ 92 ਨੰਬਰ ਤੇ ਵੀ ਮੇਰੀ ਪਾਰਟੀ ਬਿਠਾਊਗੀ ਨਾ, ਮੈਂ ਉੱਥੇ ਵੀ ਖੁਸ਼ੀ ਦੇ ਨਾਲ ਆਪਦੀ ਡਿਊਟੀ ਹੈ ਜਿਹੜੀ ਪਰਫਾਰਮ ਕਰੂੰਗਾ। ਇੱਕ ਮਿੰਟ ਸੁਣ ਲਓ ਮੇਰੇ ਲਈ ਫਿਰ ਵੀ ਮੰਤਰੀ ਪਦ ਦੀ ਸਿਫਾਰਿਸ਼ ਕਦੇ ਰਾਜਾ ਜੀ ਕਰ ਦਿੰਦੇ ਨੇ, ਕਦੇ ਬਾਜਵਾ ਸਾਹਿਬ ਕਰ ਦਿੰਦੇ ਨੇ। ਮੇਰੀ ਸੁਣ ਤਾਂ ਲਓ ਯਾਰ, ਇੱਕ ਮਿੰਟ ਸੁਣ ਤਾਂ ਲਓ। ਕਾਲੀ ਚ ਤੁਸੀਂ ਬਹੁਤ ਰਹਿੰਦੇ ਹੋ। ਮੇਰੀ ਉਹਨਾਂ ਸਾਰੇ ਮੇਰੇ ਵੀਰਾਂ ਦਾ ਜਿਹੜੇ ਮੇਰੇ ਨਾਲ ਇੰਨਾ ਪਿਆਰ ਕਰਦੇ ਨੇ, ਮੇਰੀ ਸਿਫਾਰਿਸ਼ਾਂ ਕਰਦੇ ਨੇ, ਉਹਨਾਂ ਦਾ ਮੈਂ ਧੰਨਵਾਦ ਕਰਦਾ। ਪਰ ਮੈਂ ਨਾਲ ਉਹਨਾਂ ਨੂੰ ਸਲਾਹ ਇਹ ਵੀ ਦਿੰਦਾ ਕਿ ਜਿਹੋ ਜਿਹਾ ਉਹਨਾਂ ਦਾ ਵਿਵਹਾਰ ਹੁੰਦਾ ਹੈ ਹਾਊਸ ਦੇ ਵਿੱਚ, ਹੁਣ ਕੱਲ ਇਹਨਾਂ ਦੇ ਪ੍ਰਧਾਨ ਸਾਹਿਬ ਆਪਦੇ ਹੀ ਪ੍ਰਧਾਨ ਨੂੰ ਪੱਪੂ ਕਹਿ ਗਏ, ਕਿਤੇ ਆਪਦੀਆਂ ਪੂੰਛਾਂ ਇਹ LOP ਵਾਲੀਆਂ ਤੇ ਪ੍ਰਧਾਨਗੀ ਵਾਲੀਆਂ ਨਾ ਪਟਾ ਲੈਣ, ਮੈਨੂੰ ਮੰਤਰੀਸ਼ਿਪ ਦਵਾਉਂਦੇ। ਸੋ ਇਸ ਕਰਕੇ ਉਹ ਆਪਦਾ ਕੰਮ ਕਰਨ, ਅਮਨ ਅਰੋੜਾ ਆਪਦਾ ਕੰਮ, ਅਰਵਿੰਦ ਕੇਜਰੀਵਾਲ ਦਾ, ਭਗਵੰਤ ਮਾਨ ਦਾ, ਆਮ ਆਦਮੀ ਪਾਰਟੀ ਦਾ ਸਿਪਾਹੀ ਬਣ ਕੇ ਕਰਨ ਲੱਗਿਆ ਹੋਇਆ। ਦੇਖੋ ਇਸ ਤਰ੍ਹਾਂ ਹੈ ਕਿ ਵਕੀਲ ਤਾਂ ਹੈਗਾ, ਅਰਵਿੰਦ ਕੇਜਰੀਵਾਲ ਦਾ ਵੀ ਆ, ਭਗਵੰਤ ਮਾਨ ਦਾ ਵੀ, ਆਮ ਆਦਮੀ ਪਾਰਟੀ ਦਾ ਵੀ ਆ, ਆਪਦੇ ਹਲਕੇ ਦੇ ਲੋਕਾਂ ਦੇ ਤੇ ਪੰਜਾਬ ਦਾ ਵੀ ਆ। ਜੇ ਆ ਕੇ ਵਿਧਾਨ ਸਭਾ ਦੇ ਵਿੱਚ ਆ ਕੇ ਸਾਰੀ ਉਮਰ ਲਾ ਕੇ ਪ੍ਰਮਾਤਮਾ ਨੇ ਤੇ ਹਲਕੇ ਦੇ ਲੋਕਾਂ ਨੇ ਪੌੜੀਆਂ ਚੜਾਇਆ ਹੋਵੇ ਤੇ ਫਿਰ ਆ ਕੇ ਇੱਥੇ ਵਕਾਲਤ ਨਾ ਕਰੀਏ
ਤੇ ਫਿਰ ਆਏ ਕਾਹਦੇ ਵਾਸਤੇ ਆ? ਟ੍ਰੇਨ ਦੀ ਟਿਕਟ ਦੇ ਇਸ਼ੂ ਹੋ ਗਏ ਸਰ। ਕਿਹੜੀ ਟ੍ਰੇਨ ਦੇ? ਟ੍ਰੇਨ ਦੀ ਟਿਕਟ ਦੇ ਇੱਛੁਕ ਹੈਗੇ ਹੋ? ਟ੍ਰੇਨ ਟੂ ਪਾਕਿਸਤਾਨ ਦੀ ਟਿਕਟ ਦੇ ਇੱਛੁਕ ਨਹੀਂ, ਪਾਕਿਸਤਾਨ ਕਿਹਨੂੰ ਕਹਿੰਦੇ ਨੇ ਉਹ? ਪਾਕਿਸਤਾਨੀਆਂ ਟ੍ਰੇਨ ਦੇ ਇਸ਼ੂ ਹੋ ਗਏ ਕਿਹੜੀ ਟ੍ਰੇਨ ਦੇ? ਮਤਲਬ ਮੰਤਰੀ ਮੰਤਰੀ ਮੰਡਲ ਦੇ। ਦੇਖੋ ਮੈਂ ਤੁਹਾਨੂੰ ਕਹਿ ਤਾਂ ਚੁੱਕਿਆ ਯਾਰ, ਤੁਸੀਂ ਕਿਉਂ ਬਾਰ-ਬਾਰ ਉਹੀ ਸਵਾਲ ਕਰਦੇ ਹੋ? सर भाजपा सर कह रहे हैं कि सरकार नहीं चलाई जा रही है आम आदमी पार्टी की से सक्षम नहीं है, क्या कहना चाहेंगे इस पर? देखो ऐसा है कि वो अपने वो लीडर ऑफ ऑपोजिशन है, वो अपनी परफॉर्मेंस की बात करें, अपनी परफॉर्मेंस की बात करें। पंजाब विधानसभा अब लाइव है, करोड़ों लोग उसको देखते हैं। ये लोग डिसाइड करेंगे कि सरकार चलाने में सक्षम है या नहीं, या ऑपोजिशन को चलाने में सक्षम है या नहीं। ਕਹਿੰਦੇ ਸਾਡੇ ਵਾਲ ਕੈਮਰਾ ਨਹੀਂ ਕਰਦੇ ਪਰ ਜਿਹੜੇ ਦੇਖੋ MLA ਇਸ ਨਹੀਂ ਆਉਂਦਾ ਉਹਨਾਂ ਦੇ ਵੀ ਕੈਮਰਾ ਇਸ ਤਰ੍ਹਾਂ ਹੈ ਕਿ ਵੈਸੇ ਤਾਂ ਇਹ ਉਹਨਾਂ ਨੂੰ ਸ਼ੁਕਰੀਆ ਸਾਡਾ ਕਰਨਾ ਚਾਹੀਦਾ, ਸਰਕਾਰ ਦਾ ਕਰਨਾ ਚਾਹੀਦਾ ਹੈ ਕਿ ਬਿਨ ਮੰਗੇ ਹੀ ਉਹਨਾਂ ਨੂੰ ਲਾਈਵ ਦੀ ਫੈਸਿਲਿਟੀ ਦਿੱਤੀ। ਹੁਣ ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਘੱਟ ਮਿਲਦਾ, ਅੰਦਰ ਜਿੰਨਾ ਜੋ ਰੌਲਾ ਪਾਉਣਾ ਹੁੰਦਾ ਉਹਨਾਂ ਨੂੰ ਪਾ ਲਿਆ ਕਰ, ਨੰਬਰ 1। ਪਰ ਫਿਰ ਵੀ ਜੇ ਉਹਨਾਂ ਨੂੰ ਐ ਲੱਗਦਾ ਕਿ ਉਹਨਾਂ ਨੂੰ ਕਵਰ ਘੱਟ ਕੀਤਾ ਜਾਂਦਾ ਹੈ, ਤੇ ਅੱਜ ਜਿਹੋ ਜਿਹਾ ਉਹਨਾਂ ਦੇ ਹਾਰ ਪਏ ਨੇ, ਫੁੱਲ ਪਏ ਨੇ ਆਪੋਜੀਸ਼ਨ ਵਾਲਿਆਂ ਦੇ, ਤੇ ਮੈਂ CM ਸਾਹਿਬ ਨੂੰ ਤੇ ਸੰਧਵਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇੱਕ ਕੈਮਰਾ ਸਾਰਿਆਂ ਦੇ ਮੋਢਿਆਂ ਤੇ ਟੰਗ ਦਿਓ ਤਾਂ ਕਿ ਕੋਈ ਕਿਸੇ ਦੀ ਸੂਰਤ ਦੇਖਣੋਂ ਰਹਿ ਨਾ ਜਾਵੇ। ਬਿਲਕੁਲ ਦੇਖੋ ਸਿੱਧੇ ਤੌਰ ਤੇ ਅਮਨ ਅਰੋੜਾ ਜਿਹੜੇ ਨੇ ਉਹ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਵਿਧਾਨ ਸਭਾ ਦੇ ਵਿੱਚ ਅੱਜ ਵਿਰੋਧੀਆਂ ਨੂੰ ਜਿਸ ਢੰਗ ਨਾਲ ਹਾਰ ਪਏ ਨੇ, ਤੇ ਉਸ ਤੋਂ ਬਾਅਦ ਤੇ ਮੈਂ ਖੁਦ ਸਪੀਕਰ ਸਾਹਿਬ ਨੂੰ ਕਹੂੰਗਾ ਕਿ ਇੱਕ ਕੈਮਰਾ ਜਿਹੜਾ ਹਰ ਇੱਕ ਵਿਰੋਧੀ ਲੀਡਰ ਦੇ ਮੋਢੇ ਤੇ ਟੰਗ ਦਿਓ ਤਾਂ ਕਿ ਦੂਰੋਂ ਪਤਾ ਲੱਗੇ ਬਈ ਕਿਸ ਨਾਲ ਕੀ ਹੁੰਦਾ ਨਜ਼ਰ ਆ ਰਿਹਾ ਹੈ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ TV, ਚੰਡੀਗੜ੍ਹ। मियां मुराद अली जी खुदा दे घर देर है अंधेर नहीं, हर समस्या का समाधान। समस्या जिवें लव मैरिज, वशीकरण, किता कराया, लॉटरी नंबर होवे या लोटो मैक्स 649। मेरे और मेरे पति के बीच में बहुत अनबन रहती थी, जिसकी वजह से मैं बहुत सारे तांत्रिकों से मिली पर मुझे कोई समाधान नहीं मिला। उसके बाद मैं मियां मुराद अली जी से मिली, जिससे कि अब मैं अपने वैवाहिक जीवन में बहुत खुश हूँ। ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ, ਬਹੁਤ ਜਗ੍ਹਾ ਤੇ ਧੱਕੇ ਖਾਏ। ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ। ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ, ਅਸੀਂ ਬੜੇ ਔਖੇ ਹੋ ਗਏ। ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ। ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਪਟਾਰਾ ਕਰ ਦਿੱਤਾ। ਹੁਣ ਅਸੀਂ ਬਹੁਤ ਖੁਸ਼। ਹੁਣੇ ਕਾਲ ਕਰੋ 98 417 18786 97797 24075।